किताब ਸਾਹਿਤਿਕ ਰੰਗ ਭਾਗ ਪਹਿਲਾ। ਕਹਾਣੀ ਇੱਕ ਸਧਾਰਨ ਆਦਮੀ ਸੰਤੋਖ ਸਿੰਘ ਧੀਰ। ਸ਼ਖਸੀਅਤ ਤੇ ਰਚਨਾ। ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਸਰਹੰਦ ਨੇੜੇ ਆਪਣੇ ਨਾਨਕੇ ਘਰ ਬਸੀ ਪਠਾਣਾ ਵਿਖੇ ਹੋਇਆ। ਉਹਨਾਂ ਦਾ ਪਾਲਣ ਪੋਸ਼ਣ ਨਾਨਕਿਆਂ ਤੋਂ ਥੋੜ੍ਹੀ ਦੂਰ ਆਪਣੇ ਦਾਦਕੇ ਪਿੰਡ ਡੜਹੇੜੀ ਵਿਖੇ ਹੋਇਆ। ਸੰਤੋਖ ਸਿੰਘ ਧੀਰ ਪੰਜਾਬੀ ਦੇ ਸਿਰਮੌਰ ਲੇਖਕ ਸਨ। ਕਵਿਤਾ, ਨਾਵਲ, ਲੇਖ, ਸਫ਼ਰਨਾਮਾ ਤੇ ਸਵੈ ਜੀਵਨੀ ਲਗਭਗ ਹਰ ਵਿਧਾ ਵਿੱਚ ਉਹਨਾਂ ਨੇ ਆਪਣੀ ਕਲਮ ਚਲਾਈ ਹੈ। ਸੰਤੋਖ ਸਿੰਘ ਧੀਰ ਨੂੰ ਸਾਹਿਤ ਅਕਾਦਮੀ ਇਨਾਮ, ਸੋਵੀਅਤ ਦੇਸ਼ ਨਹਿਰੂ ਇਨਾਮ, ਕੈਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ, UK, ਲੰਡਨ ਜਿਹੇ ਚਰਚਿਤ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਆਪ 1994 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੋ ਰਹੇ। ਕਹਾਣੀ ਇੱਕ ਸਧਾਰਨ ਆਦਮੀ। 50 ਵਰ੍ਹੇ ਦੀ ਉਮਰ ਵਿੱਚ ਜਿਉਣੇ ਨੇ ਕੁੱਤੇ ਦੇ ਵੀ ਸੋਟੀ ਨਹੀਂ ਸੀ ਮਾਰੀ ਕਦੇ, ਪਰ ਅਚਾਨਕ ਉਸਦੇ ਹੱਥੋਂ ਆਦਮੀ ਕਤਲ ਹੋ ਗਿਆ। ਹੁਣ ਉਹ ਡੌਰ ਭੌਰ ਸੀ, ਘਾਬਰਿਆ ਤੇ ਡੈਂਬਰਿਆ। ਵਿਸਾਖ ਦਾ ਮਹੀਨਾ ਸੀ, ਕਣਕਾਂ ਵੱਢੀਆਂ ਗਈਆਂ ਸਨ, ਕਮਾਦਾਂ ਨੂੰ ਤੇ ਗੰਢਿਆਂ ਨੂੰ ਪਾਣੀ ਦੇਣ ਦੇ ਦਿਨ ਸਨ। ਤੜਕੇ ਤੋਂ 2 ਜਾਂ 3 ਵਜੇ ਜਿਉਣੇ ਨੇ ਬਲਦ ਖੋਲ੍ਹੇ ਤੇ ਹੀਸਾਂ ਵਾਲੇ ਖੂਹ ਉੱਤੇ ਕਮਾਦ ਸਿੰਜਣ ਆ ਗਿਆ। ਅੱਜ ਉਹਨਾਂ ਦੀ ਵਾਰੀ ਸੀ। ਨਾਲ ਉਸ ਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਸੀ ਨੱਕੇ ਛੱਡਣ ਵਾਸਤੇ। ਖੂਹ ਨਿਆਈ ਵਿੱਚ ਸੀ, ਪਿੰਡ ਦੀ ਫਿਰਨੀ ਦੇ ਨਾਲ ਹੀ। ਖੂਹ ਤੋਂ ਥੋੜ੍ਹੀ ਦੂਰ ਹੀ ਕੋਈ 100 ਕੁ ਗਜ਼ ਦੇ ਫਰਕ ਨਾਲ ਅਕਾਲੀਆਂ ਦਾ ਘਰ ਸੀ ਤੇ ਸੱਦਾ ਸਿੰਘ, ਜੋ ਖੂਹ ਦਾ ਹਿੱਸੇਦਾਰ ਸੀ ਤੇ ਮੰਨਿਆ ਹੋਇਆ ਅੜਬ, ਵੀ ਆਪਣੇ ਘਰ ਦੇ ਵਿਹੜੇ ਵਿੱਚ ਡੰਗਰਾਂ ਲਾਗੇ ਪਿਆ ਸੀ। ਉਸਦਾ ਕਹਿਣਾ ਇਹ ਸੀ ਕਿ ਅੱਜ ਉਹਨਾਂ ਦੀ ਵਾਰੀ ਸੀ, ਜਿਉਣੇ ਹੋਰੀ ਖੂਹ ਨਾ ਜੋੜਨ। ਜੇ ਉਹ ਫਿਰ ਵੀ ਜੋੜਨਗੇ ਤਾਂ ਉਹ ਆ ਕੇ ਰੋਕੇਗਾ। ਜਿਉਣਾ ਖੂਹ ਜੋੜਨ ਲੱਗਾ, ਬਚਨ ਸਿੰਘ ਕਹੀ ਨਾਲ ਖਾਲ ਸਵਾਰਨ ਲੱਗ ਪਿਆ। ਥੋੜ੍ਹਾ ਥੋੜ੍ਹਾ ਦੋਹਾਂ ਨੂੰ ਹੀ ਸੱਦਾ ਸਿੰਘ ਦਾ ਸ਼ੱਕ ਸੀ ਕਿ ਉਹ ਰੁਕਣ ਆਵੇਗਾ, ਪਰ ਉਹ ਦੋਵੇਂ ਚੁੱਪ ਸਨ। ਟਿੱਕੀ ਸੁੰਨੀ ਰਾਤ ਸੀ। ਸੱਦਾ ਸਿੰਘ ਦਾ ਕੰਨ ਵੀ ਸਮਝੋ ਖੂਹ ਵੱਲ ਹੀ ਲੱਗਿਆ ਹੋਇਆ ਸੀ। ਹੀਸਾਂ ਵਾਲੇ ਖੂਹ ਉੱਤੇ ਜਦ ਖੂਹ ਜੁੜਨ ਦੀ ਵਿੜਕ ਹੋਈ ਤਾਂ ਸੱਦਾ ਸਿੰਘ ਜਾਗ ਪਿਆ ਤੇ ਮੰਜੇ ਉੱਤੋਂ ਉੱਠ ਕੇ ਉਹ ਖੂਹ ਵੱਲ ਨੂੰ ਤੁਰ ਪਿਆ। ਉਸਦਾ ਪਿੰਡਾ ਨੰਗਾ ਸੀ, ਸਿਰ ਤੇ ਪੈਰ ਵੀ ਨੰਗੇ ਸਨ। ਸਿਰਫ ਚਿੱਟੀ ਕੱਛ ਹੀ ਉਸਨੇ ਤੇੜ ਪਹਿਨੀ ਹੋਈ ਸੀ। ਚਾਨਣੀ ਰਾਤ ਸੀ। ਪੂਰਨਮਾਸ਼ੀ ਲੰਘਿਆਂ ਅਜੇ 3 ਕੇ 4 ਦਿਨ ਹੋਏ ਸਨ। ਜਿਉਣੇ ਹੋਰਾਂ ਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ। ਸ਼ੱਕ ਤਾਂ ਸੀ ਹੀ ਉਹਨਾਂ ਨੂੰ। ਉਹ ਸਾਵਧਾਨ ਜਿਹੇ ਹੋ ਗਏ ਤੇ ਨਾਲੇ ਕੁਝ ਕੰਬਣ ਲੱਗੇ। ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਉਹ ਛੇੜੇਗਾ। ਜਿਉਣੇ ਹੋਰੀ ਨਰਮ ਸਨ, ਸੱਦਾ ਸਿੰਘ ਅੱਖੜ। ਸਰੀਰ ਦਾ ਵੀ ਸੱਦਾ ਸਿੰਘ ਨਰੋਆ ਤੇ ਤਕੜਾ ਸੀ। ਲੰਮਾ ਕੱਦ, ਖੁੱਲ੍ਹਾ ਵਿੱਢ, ਪਹਿਲਵਾਨਾਂ ਵਰਗਾ ਜੁੱਸਾ। ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ। ਭਾਵੇਂ ਹੁਣ ਉਹ ਬੁੱਢਾ ਸੀ, 60 ਵਰ੍ਹਿਆਂ ਦਾ, ਪਰ ਛਾਤੀ ਹੁਣ ਵੀ ਚੌੜੀ ਤੇ ਡੌਲੇ ਮੱਛੀਆਂ ਵਾਲੇ ਸਨ। ਪੱਟਾਂ ਉੱਤੇ ਛੱਲੀਆਂ ਤੇ ਪਿੰਜਣੀਆਂ ਮਜ਼ਬੂਤ ਸਨ। ਚਿਹਰਾ ਭਖਦਾ ਲਾਲ ਸੀ। ਵੱਡੇ ਹੱਥ ਤੇ ਪੈਰ। ਦੇਖਣ ਵਿੱਚ ਸੱਦਾ ਸਿੰਘ ਸ਼ਰੀਫ ਨਜ਼ਰ ਆਉਂਦਾ ਸੀ। ਕੌੜ ਜਾਂ ਲੜਾਕਾ ਨਹੀਂ, ਸ਼ਰੇਬ ਕੱਚ ਪਾਉਂਦਾ, ਸਿਰ ਉੱਤੇ ਛੋਟੀ ਜਿਹੀ ਪੀਲੀ ਪੱਗ ਬੰਨ੍ਹਦਾ, ਜਿਵੇਂ ਗ੍ਰੰਥੀ ਹੁੰਦਾ। ਗੁਟਕਾ ਵੀ ਉਹ ਪੜਦਾ ਰਹਿੰਦਾ। ਇਸ ਕਰਕੇ ਲੋਕ ਉਸ ਨੂੰ ਭਾਈ ਜੀ ਵੀ ਕਹਿੰਦੇ ਸਨ, ਪਰ ਜਾਣਨ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ ਤੇ ਨਿਰੀ ਅੱਗ ਦੀ ਨਾਲ ਸੀ। ਹਮੀ ਵੀ ਬਹੁਤ ਸੀ ਉਹਦੇ ਵਿੱਚ। ਉਸ ਨੂੰ ਆਪਣੀ ਤਾਕਤ ਦਾ ਤੇ ਦੇਹ ਦਾ ਬਹੁਤ ਮਾਣ ਸੀ। ਜਿੱਥੇ ਵੀ ਅੜ ਜਾਂਦਾ ਸੀ ਆਪਣੀ ਹਿੰਡ ਪੁਗਾਉਂਦਾ ਸੀ, ਭਾਵੇਂ ਆਪਣੀ ਗਲਤੀ ਹੁੰਦੀ। ਹੁਣ ਤਾਂ ਫਿਰ ਵੀ ਘੱਟ ਸੀ। ਜਵਾਨੀ ਪਹਿਰੇ ਬਹੁਤ ਸੀ। ਜਦੋਂ ਚਾਹੇ ਜਿਸ ਦਾ ਮਰਜ਼ੀ ਖੂਹ ਛੁਡਵਾ ਦਿੰਦਾ ਸੀ, ਜੁੜੇ ਬਲਦ ਖੁਲਵਾ ਦਿੰਦਾ ਸੀ। ਕਿਸੇ ਦੀ ਤਾਕਤ ਨਹੀਂ ਸੀ ਕਿ ਉਸਦੇ ਸਾਹਮਣੇ ਹੁੱਤ ਕਰ ਜਾਵੇ। ਸਾਰੇ ਉਸ ਤੋਂ ਡਰਦੇ ਸਨ। ਕਿੰਨੀ ਵਾਰੀ ਜਿਉਣੇ ਦਾ ਹੀ ਉਸਨੇ ਖੂਹ ਛੁਡਵਾਇਆ ਸੀ ਤੇ ਜੁੜੇ ਬਲਦ ਖੁਲਾਏ ਸਨ। ਜਿਉਣਾ ਡਰ ਕੇ ਚੁੱਪ ਕਰ ਜਾਂਦਾ, ਕੋਈ ਵੀ ਬੋਲਦਾ ਨਹੀਂ ਸੀ। ਸੱਦਾ ਸਿੰਘ ਦਾ ਇੱਕ ਤਰ੍ਹਾਂ ਨਾਲ ਛੱਪਾ ਬੈਠਿਆ ਹੋਇਆ ਸੀ। ਸੱਦਾ ਸਿੰਘ ਨੂੰ ਆਉਂਦਾ ਦੇਖ ਬਚਨ ਸਿੰਘ ਵੀ ਖਾਲ ਛੱਡ ਕੇ ਖੂਹ ਉੱਤੇ ਆ ਗਿਆ ਸੀ। ਕਹੀ ਉਸਦੇ ਕੋਲ ਸੀ। ਦੋਵੇਂ ਵੀ ਉਹ ਸੱਦਾ ਸਿੰਘ ਦੇ ਸਾਹਮਣੇ ਸਮਝੋ ਹੇਚ ਸਨ। ਸੱਦਾ ਸਿੰਘ ਤੁਰਦਾ ਖੂਹ ਦੇ ਨੇੜੇ ਆ ਗਿਆ ਤੇ ਆਉਂਦਾ ਹੀ ਉਹ ਆਖਣ ਲੱਗਿਆ, ਖੂਹ ਨਾ ਚਲਾਇਓ ਬਈ। ਉਹਦਾ ਬੋਲ ਡਾਂਟਵਾਂ ਤੇ ਤੜੀ ਵਾਲਾ ਭਰਿਆ ਸੀ। ਕਿਉਂ ਨਾ ਚਲਾਈਏ ਖੂਹ? ਜਿਉਣੇ ਹੋਰੀ ਆਖਣ ਲੱਗੇ। ਡਰ ਅਤੇ ਘਬਰਾਹਟ ਨਾਲ ਉਹ ਤੱਕ ਕਰ ਰਹੀ ਸਨ। ਬਸ ਮੈਂ ਤੁਹਾਨੂੰ ਕਹਿਤਾ, ਖੂਹ ਨਾ ਚਲਾਇਓ। ਅੱਜ ਸਾਡੀ ਵਾਰੀ ਹੈ। ਤੁਹਾਡੀ ਵਾਰੀ ਕਿੱਥੇ ਹੈ? ਅੱਜ ਸਾਡੀ ਵਾਰੀ ਹੈ।
ਬਸ ਮੈਂ ਤੁਹਾਨੂੰ ਕਹਿਤਾ ਖੂਹ ਨਾ ਚਲਾਇਓ। ਆ ਗਿਆ ਏ ਨਾਡੂ ਖਾਂ, ਜਿਉਣੇ ਹੋਰੀ ਬੁੜਬੜਾਏ। ਬਲਦ ਜੁੜੇ ਖੜੇ ਸਨ। ਤਦੇ ਬਲਦ ਹੱਕਣ ਲਈ ਜਿਉਣੇ ਨੇ ਟਿਚਕਰ ਮਾਰੀ। ਸੱਦਾ ਸਿੰਘ ਉਸੇ ਸਮੇਂ ਬਲਦਾਂ ਅੱਗੇ ਆ ਗਿਆ, ਛਾਤੀ ਤਾਣ ਖਲੋ ਗਿਆ। ਚਲਾਇਓ ਕਿਵੇਂ ਚਲਾਉਂਦੇ ਹੋ? ਉਸਨੇ ਰਾਹ ਰੋਕ ਲਿਆ। ਸੱਦਾ ਸਿੰਘ ਆਰਾਮ ਨਾਲ ਢਾਕਾਂ ਉੱਤੇ ਹੱਥ ਰੱਖੀ ਬਲਦਾਂ ਅੱਗੇ ਖੜਾ ਸੀ। ਉਸਦਾ ਪੇਟ ਵਧਿਆ ਤੇ ਗੋਡੇ ਤਣੇ ਹੋਏ ਸਨ, ਜੋ ਰੇਬ ਕੱਛ ਦੀਆਂ ਮੂਰੀਆਂ ਥੱਲੇ ਉਸਨੂੰ ਚੁੱਕੀ ਖੜੇ ਸਨ। ਸਿਰ ਥੋੜਾ ਗੰਜਾ ਸੀ, ਜੋ ਚੰਨ ਚਾਨਣੀ ਰਾਤ ਵਿੱਚ ਚਮਕਾਂ ਮਾਰ ਰਿਹਾ ਸੀ। ਪੈਰਾਂ ਥੱਲੇ ਛਾਂ ਸੀ, ਪਰ ਇਹ ਛਾਂ ਸੱਦਾ ਸਿੰਘ ਨੂੰ ਨਜ਼ਰ ਨਹੀਂ ਸੀ ਆ ਰਹੀ, ਕਿਉਂਕਿ ਛਾਤੀ ਤਣੀ ਤੇ ਧੌਣ ਉੱਭਰੀ ਹੋਈ ਸੀ। ਚਿੱਟੀ ਕਾਲੀ ਰਾਤ ਵਿੱਚ ਇਹ ਇਉਂ ਨਜ਼ਰ ਆ ਰਿਹਾ ਸੀ ਜਿਵੇਂ ਦੈਂਤ ਖਲੋਤਾ ਹੋਵੇ। ਜਿਉਣੇ ਹੋਰੀ ਆਖਣ ਲੱਗੇ, ਭਾਈ ਜੀ ਤੂੰ ਚਲਿਆ ਜਾ, ਖੂਹ ਨਾ ਸਾਡਾ ਡੱਕ ਤੂੰ, ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ। ਕਮਜ਼ੋਰੀ ਅਤੇ ਡਰ ਨਾਲ ਉਹ ਉੱਚੀ ਬੋਲ ਰਹੇ ਸਨ। ਬੋਲਦ ਖੋਲੋ ਬੋਲਦ ਆਪਣੇ, ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ। ਕਿਹੜਾ ਖਲਾਊ ਬੋਲਦ ਸਾਡੇ? ਮੈਂ ਖਲਾਊਂ, ਮੈਂ ਜਿਹਨੇ ਅੱਗੇ ਖਲਾਏ ਨੇ। ਸੱਦਾ ਸਿੰਘ ਸੋਟੀ ਤੱਕ ਵੀ ਨਹੀਂ ਸੀ ਲੈ ਕੇ ਆਇਆ, ਨਾ ਹੀ ਉਸਨੂੰ ਲੋੜ ਸੀ। ਜਿਉਣੇ ਹੋਰੀ ਦੋਹਾਂ ਨੂੰ ਉਹ ਸਮਝਦਾ ਹੀ ਕੀ ਸੀ, ਖਾਦੀ ਪੀਤੀ ਰੋਟੀ। ਜੇ ਉਹ ਚਾਹੁੰਦਾ ਦੋਹਾਂ ਨੂੰ ਹੀ ਸਿਰ ਪੜਾ ਕੇ ਮਾਰ ਦਿੰਦਾ। ਅੱਗੇ ਉਹਨੇ ਕਿੰਨੀ ਵਾਰੀ ਉਹ ਦਬਕਾਏ ਹੋਏ ਸਨ। ਉਹਨਾਂ ਦੀ ਤਾਕਤ ਕੀ ਸੀ ਉਸ ਦੇ ਸਾਹਮਣੇ ਅੜ ਖਲੋਣ। ਉਸਨੂੰ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ। ਜਿਉਣੇ ਹੋਰੀ ਸੱਦਾ ਸਿੰਘ ਦੇ ਦੁਖੀ ਕੀਤੇ ਪਏ ਸਨ। ਰੋਜ਼ ਤੰਗ ਕਰਦਾ ਤੇ ਤੁਰਦਾ ਕੰਮ ਖਿਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ। ਸੱਦਾ ਸਿੰਘ ਨੇ ਹੈਂਕੜ ਨਾਲ ਬੋਲ ਹੀ ਮੂੰਹੋਂ ਕੱਢਿਆ ਸੀ ਕਿ ਲੱਖ ਸਾਊਆਂ ਦਾ ਸਾਊ ਜਿਉਣਾ ਅੱਗ ਬਬੂਲਾ ਹੋ ਗਿਆ ਤੇ ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ। ਉਸਨੇ ਕਹੀ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਵਿੱਚ ਮਾਰੀ। ਖੂਹ ਛਡਾਊ ਸਾਡਾ ਏ, ਬੋਲਦ ਖੋਲੋ ਬੋਲਦ। ਉਹ ਦੰਦ ਕਰੀਚ ਰਿਹਾ ਸੀ। ਲੱਖਾਂ ਕਰੋੜਾਂ ਸੱਪਾਂ ਜਿੰਨੀ ਜ਼ਹਿਰ ਨਾਲ ਉਹ ਭਰ ਗਿਆ ਸੀ। ਹੁਣ ਉਹ ਇੱਕ ਚੰਡਾਲ ਸੀ। ਉਸਦੀਆਂ ਅੱਖਾਂ ਲੱਟ ਲਟਾ ਕੇ ਕਾਲੀ ਅੱਗ ਬਣ ਗਈਆਂ ਸਨ। ਕਹੀ ਵੱਜਣ ਸਾਰ ਹੀ ਸੱਦਾ ਸਿੰਘ ਘੁਮੇਟਣੀ ਖਾ ਕੇ ਧਰਤੀ ਉੱਤੇ ਡਿੱਗ ਪਿਆ। ਪਾਣੀ ਵੀ ਉਸ ਮੰਗਿਆ ਨਹੀਂ। ਉਸਦਾ ਸਿਰ ਖਰਬੂਜੇ ਵਾਂਗੂ ਫਾਂਕ ਹੋ ਗਿਆ ਸੀ। ਕਹੀ ਏਕਣ ਵੱਜੀ ਸੀ ਜਿਵੇਂ ਕਿ ਉਹ ਸਿਰ ਵਿੱਚ ਨਹੀਂ ਮਿੱਟੀ ਦੇ ਭਾਂਡੇ ਵਿੱਚ ਵੱਜੀ ਹੋਵੇ। ਚਿੱਕੜ ਵਾਂਗੂ ਉਸਦਾ ਚਿਹਰਾ ਲੱਥ-ਪੱਥ ਹੋ ਗਿਆ ਸੀ। ਲਹੂ ਦੀਆਂ ਤਤੀਰੀਆਂ ਉਸਦੀ ਚਿੱਟੀ ਕੱਛ ਤੱਕ ਪਹੁੰਚ ਗਈਆਂ। ਇੱਕ ਪਲ ਲਈ ਜਿਉਣੇ ਨੂੰ ਅੰਤਾਂ ਦੀ ਤਸੱਲੀ ਹੋਈ। ਉਸਦਾ ਮਨ ਖੁਸ਼ ਸੀ, ਪਰ ਅਗਲੇ ਹੀ ਪਲ ਉਹ ਤਸੱਲੀ ਛਾਈ ਮਾਈ ਹੋਣ ਲੱਗੀ। ਉਸਨੂੰ ਆਸ ਹੀ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ। ਉਸਨੇ ਕਹੀ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੀ ਸੀ, ਸਹਿਜ ਸੁਭਾਅ ਹੀ ਮਾਰੀ ਸੀ, ਧੌਲ ਵਾਂਗ ਜਾਂ ਤੱਫੇ ਵਾਂਗ। ਪਰ ਉਹ ਏਕਣ ਵੱਜੀ ਕਿ ਸੱਦਾ ਸਿੰਘ ਮਰ ਗਿਆ ਤੇ ਧਰਤੀ ਉੱਤੇ ਡਿੱਗ ਪਿਆ। ਹੁਣ ਉਹ ਮਰਿਆ ਪਿਆ ਸੀ, ਉਸਦੇ ਹੱਥੋਂ ਕਤਲ ਹੋਇਆ। ਜਿਉਣਾ ਇੱਕ ਸਿੱਧਾ ਸਾਦਾ ਤੇ ਸਧਾਰਨ ਜੱਟ ਸੀ। ਹੇਰ ਫੇਰ ਜਾਂ ਲਗ ਲਗਾਓ ਉਸਨੂੰ ਨਹੀਂ ਸਨ ਆਉਂਦੇ। ਮੀਨੂ ਦੀ ਸੁੱਚੀ ਕਣੀ ਵਾਂਗ ਜਿਹੜੀ ਅਜੇ ਅੰਬਰ ਦੇ ਵਿਚਕਾਰ ਹੀ ਖੜੀ ਹੁੰਦੀ ਹੈ, ਉਸਦਾ ਦਿਲ ਪਵਿੱਤਰ ਸੀ। ਉਸਨੂੰ ਇਹੋ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਲ ਕਿਵੇਂ ਵਾਹੁਣਾ ਹੈ ਜਾਂ ਗੋਡੀ ਕਿਵੇਂ ਕਰਨੀ ਹੈ। ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਝਾਂਜਾ ਦੇਖ ਕੇ ਉਹ ਦੁਖੀ ਹੋਣ ਵਾਲਾ ਸੀ। ਜੇ ਕੋਈ ਦੁੱਖ ਜਾਂ ਸੁੱਖ ਹੁੰਦਾ ਤਾਂ ਵਾਹਿਗੁਰੂ ਨੂੰ ਯਾਦ ਕਰਦਾ। ਝਗੜੇ ਅਤੇ ਲੜਾਈ ਫਸਾਦ ਉਸਨੂੰ ਬੁਰੇ ਲੱਗਦੇ ਸਨ। ਜਿੱਥੋਂ ਤੱਕ ਹੁੰਦਾ ਉਹ ਇਹਨਾਂ ਗੱਲਾਂ ਤੋਂ ਦੂਰ ਰਹਿੰਦਾ, ਕਿਉਂਕਿ ਉਸਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ, ਲੜਾਈ ਦਾ ਮੂੰਹ ਕਾਲਾ ਹੈ। ਜਿੱਥੇ ਲੜਾਈ ਹੁੰਦੀ ਹੈ ਘੜੇ ਪਾਣੀ ਨਹੀਂ ਰਹਿੰਦਾ। ਜਿੱਥੇ ਜਿਉਣਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ, ਉੱਥੇ ਉਸਨੂੰ ਪੁਲਿਸ ਤੋਂ ਵੀ ਬਹੁਤ ਡਰ ਲੱਗਦਾ ਸੀ। ਉਸਨੇ ਸੁਣਿਆ ਹੋਇਆ ਸੀ ਕਿ ਪੁਲਿਸ ਬੁਰੀ ਹੁੰਦੀ ਹੈ। ਸੱਚੇ ਅਤੇ ਝੂਠੇ ਨੂੰ ਵੀ ਪੁਲਿਸ ਨਹੀਂ ਦੇਖਦੀ। ਪੁਲਿਸ ਲਈ ਸੱਚਾ ਅਤੇ ਝੂਠਾ ਇੱਕ ਬਰਾਬਰ ਹੈ। ਫਿਰ ਉਸਨੂੰ ਪਤਾ ਸੀ ਪੁਲਿਸ ਜਦੋਂ ਕੁੱਟਦੀ ਹੈ ਤਾਂ ਮੱਕੀ ਵਾਂਗੂ ਕੁੱਟਦੀ ਹੈ। ਮਾਰ ਮਾਰ ਕੇ ਆਦਮੀ ਦੇ ਹੱਡ ਭੰਨੇ ਜਾਂਦੇ ਤੇ ਫੂਸ ਉਡਾਏ ਜਾਂਦੇ ਹਨ। ਮੰਜੇ ਹੇਠਾਂ ਹੱਥ ਦੇ ਕੇ ਉੱਤੇ ਬੰਦੇ ਬੈਠਦੇ ਤੇ ਉਸਨੂੰ ਦੁੱਖ ਦਿੰਦੇ ਹਨ। ਕਦੇ ਮੰਜਾ ਲਾਉਂਦੇ ਤੇ ਕਦੇ ਉਸਦੇ ਕੇਸ ਬੰਨ੍ਹ ਕੇ ਛੱਤ ਨਾਲ ਟੰਗ ਦਿੰਦੇ ਹਨ। ਪੈਰਾਂ ਦੀਆਂ ਤਲੀਆਂ ਵਿੱਚ ਬੈਂਤ ਮਾਰੇ ਜਾਂਦੇ ਤੇ ਨੋਹਾਂ ਵਿੱਚ ਸੂਈਆਂ ਜਾਂ ਪਿੰਨ ਚੋਬੇ ਜਾਂਦੇ ਹਨ। ਬੱਕਰਾ ਵੀ ਕਸਾਈ ਕੋਲ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਕੋਲ। ਖੂਹ ਤੋਂ ਥੋੜ੍ਹੀ ਦੂਰ ਹੀ ਇੱਕ ਕਣਕ ਦਾ ਖਲਵਾੜਾ ਸੀ। ਜਿਉਣਾ ਉੱਥੋਂ ਦੌੜਿਆ ਤੇ ਕਣਕ ਦੇ ਖਲਵਾੜੇ ਵਿੱਚ ਭਾਰਾਂ ਉੱਲੇ ਲੁਕ ਗਿਆ। ਇੱਥੇ ਉਹ ਮਹਿਫੂਜ਼ ਸੀ।
ਕੋਈ ਨਹੀਂ ਸੀ ਦੇਖਦਾ, ਪਰ ਜਿਉਣਾ ਅਗਲੇ ਪਲ ਹੀ ਥਲ ਪਥਲ ਹੋ ਗਿਆ। ਉਸਨੂੰ ਚੈਨ ਨਹੀਂ ਸੀ। ਉਸਨੂੰ ਆਪਣੇ ਚਾਰ ਚੁਫੇਰੇ ਪੁਲਿਸ ਹੀ ਪੁਲਿਸ ਦਿਸਣ ਲੱਗੀ। ਪੁਲਿਸ ਜਦੋਂ ਆਉਂਦੀ ਹੈ ਤਾਂ ਪੱਤਾ ਪੱਤਾ ਛਾਣਦੀ ਤੇ ਖੁੰਝਾ ਖੁੰਝਾ ਟੋਂਦੀ ਹੈ। ਬੰਦਾ ਭਾਵੇਂ ਕਿਤੇ ਹੋਵੇ, ਪੁਲਿਸ ਭਾਲ ਲੈਂਦੀ ਹੈ। ਜਿਉਣਾ ਉੱਥੋਂ ਨੱਠਿਆ ਤੇ ਫਿਰ ਬਾਹਰ ਆ ਗਿਆ। ਖਲਵਾੜੇ ਵਿੱਚ ਲੁਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ। ਉੱਥੋਂ ਥੋੜ੍ਹੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ। ਜਿਉਣਾ ਉੱਥੋਂ ਤੁਰਿਆ ਤੇ ਵੱਡਾਂ ਵਿੱਚੋਂ ਦੌੜਦਾ ਸ਼ਹੀਦਾਂ ਵਾਲੇ ਆ ਗਿਆ। ਸ਼ਹੀਦਾਂ ਵਾਲੇ ਖੂਹ ਉੱਤੇ ਇੱਕ ਝੁੱਗੀ ਬਣੀ ਹੋਈ ਸੀ। ਝੁੱਗੀ ਕਾਫੀ ਡੂੰਘੀ ਸੀ, ਆਮ ਕਰਕੇ ਝੁੱਗੀ ਵਿੱਚ ਪਾਣੀ ਜਮ੍ਹਾਂ ਰਹਿੰਦਾ ਸੀ, ਪਰ ਅੱਜ ਉਹ ਖਾਲੀ ਸੀ। ਥੋੜ੍ਹਾ ਬਹੁਤ ਚਿੱਕੜ ਜਾਂ ਇੱਟਾਂ ਵੱਟੇ ਹੋਣਗੇ। ਜਿਉਣਾ ਇੰਨਾ ਘਾਬਰਿਆ ਤੇ ਡਰਿਆ ਹੋਇਆ ਸੀ ਕਿ ਉਹ ਆਪਣਾ ਆਪ ਲੁਕਾਉਣ ਵਾਸਤੇ ਉਸ ਝੁੱਗੀ ਵਿੱਚ ਹੀ ਬਹਿ ਗਿਆ। ਝੁੱਗੀ ਵਿੱਚ ਹੀ ਪੂਰੀ ਤਰ੍ਹਾਂ ਮਹਿਫੂਜ਼ ਸਮਝਣ ਲੱਗ ਪਿਆ। ਹਾਲਾਂਕਿ ਇਹ ਗਲਤ ਸੀ। ਝੁੱਗੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਆਦਮੀ ਦੇ ਨਹਾਉਣ ਲਈ ਹੀ ਝੁੱਗੀ ਬਣੀ ਹੋਈ ਸੀ, ਬਹੁਤ ਡੂੰਘੀ ਨਹੀਂ ਸੀ। ਪਰ ਜਿਉਣਾ ਝੁੱਗੀ ਵਿੱਚ ਹੀ ਥਲ ਫਥਲ ਹੋਣ ਲੱਗਾ। ਇਹ ਵੀ ਠੀਕ ਨਹੀਂ ਸੀ। ਇੱਥੇ ਵੀ ਲੁਕਿਆ ਹੋਇਆ ਜਾਂ ਮਹਿਫੂਜ਼ ਨਹੀਂ ਸੀ। ਉਸ ਸਭ ਨੂੰ ਨਜ਼ਰ ਆਉਂਦਾ ਸੀ। ਖੂਹ ਦੇ ਬਿਰਛ ਬੂਟੇ ਉਸਨੂੰ ਰਹਿ ਰਹਿ ਕੇ ਘੂਰ ਰਹੇ ਸਨ, ਉਸਨੂੰ ਘ੍ਰਿਣਾ ਕਰਦੇ ਸਨ। ਖੂਹ ਵੀ ਭਾਵੇਂ ਚੁੱਪ ਸੀ, ਪਰ ਸਾਰੀ ਗੱਲ ਤੋਂ ਵਾਕਿਫ ਸੀ। ਟਿੰਡਾਂ ਵੀ ਤੇ ਪਾੜਛਾ ਵੀ ਸਾਰੀ ਗੱਲ ਤੋਂ ਜਾਣੂ ਸਨ। ਚੁੱਪ ਚਪੀਤੀ ਟਿਕੀ ਰਾਤ ਵੀ ਸਾਰੀ ਗੱਲ ਦੀ ਭੇਤਣ ਸੀ। ਅੰਬਰ ਉੱਤੇ ਤਾਰੇ ਵੀ ਜੋ ਟਸ ਟਸ ਕਰ ਰਹੇ ਸਨ, ਸਾਰਾ ਕੁਝ ਹੀ ਜਾਣਦੇ ਸਨ ਤੇ ਸਗੋਂ ਮੁਸਕਰਾਉਂਦੇ ਸਨ। ਚੰਨ ਨੂੰ ਸਾਰਾ ਪਤਾ ਸੀ। ਆਖਰ ਜਿਉਣਾ ਝੁੱਗੀ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ। ਝੱਟ ਹੀ ਬਾਹਰ ਆ ਗਿਆ। ਹੁਣ ਜਿਉਣਾ ਕਿੱਥੇ ਜਾਵੇ, ਉਸਨੂੰ ਪਤਾ ਨਹੀਂ ਸੀ। ਜਿੰਨਾ ਚਿਰ ਰਾਤ ਸੀ, ਜਿਉਣਾ ਸਮਝ ਰਿਹਾ ਸੀ ਹਰ ਕੋਈ ਉਸਨੂੰ ਦੇਖਦਾ ਤੇ ਉਸਦਾ ਪਿੱਛਾ ਕਰਦਾ ਹੈ। ਜਦੋਂ ਸਵੇਰ ਹੋਈ ਤੇ ਪੱਬਾਂ ਭਾਰ ਉੱਚਾ ਹੋ ਕੇ ਸੂਰਜ ਉਸ ਵੱਲ ਦੇਖਣ ਲੱਗਾ, ਜਿਉਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ। ਦੁਨੀਆ ਵਿੱਚ ਕੋਈ ਵੀ ਹੁਣ ਉਸਨੂੰ ਨਹੀਂ ਦੇਖਦਾ। ਜਿਉਣਾ ਘਰ ਆਇਆ ਤੇ ਆ ਕੇ ਏਕਣ ਬਹਿ ਗਿਆ, ਜਿਵੇਂ ਫਸਲ ਸਿੰਜ ਕੇ ਜਾਂ ਗੋਡੀ ਕਰਕੇ ਆਇਆ ਹੋਵੇ। ਹੁਣ ਉਹ ਬਿਲਕੁਲ ਠੀਕ ਸੀ। ਉਸਦੇ ਅੰਦਰ ਪੂਰੀ ਚੈਨ ਆ ਰਹੀ ਸੀ, ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦੀ ਸਿਖਰ ਸੀ। ਉਸਦੇ ਮਨ ਦੀਆਂ ਤਹਿਾਂ ਵਿੱਚ ਤੂਫਾਨ ਆਇਆ ਹੋਇਆ ਸੀ। ਸਿਰਫ ਸਤਾ ਚੁੱਪ ਸੀ। ਉਸਨੇ ਪੱਗ ਉਤਾਰੀ ਤੇ ਕੰਘਾ ਕਰਨਾ ਸ਼ੁਰੂ ਕੀਤਾ। ਫਿਰ ਪੱਗ ਉਤਾਰੀ, ਫਿਰ ਕੇਸ ਵਾਹੁਣ ਲੱਗਾ। ਬਾਰ-ਬਾਰ ਜਿਉਣਾ ਪੱਗ ਉਤਾਰਦਾ ਤੇ ਕੇਸ ਵਾਹੁੰਦਾ। ਉਸਦੇ ਮਨ ਵਿੱਚ ਅਚਵੀ ਜਾਂ ਅਗਨੀ ਲੱਗੀ ਹੋਈ ਸੀ। ਲਾਟਾਂ ਭੜਕ ਰਹੀਆਂ ਸਨ। ਕਿੰਨੀ ਵਾਰ ਜਿਉਣੇ ਨੇ ਮੁੜ ਆਪਣੇ ਕੇਸ ਵਾਹੇ, ਉਸਨੂੰ ਟੇਕ ਨਹੀਂ ਸੀ। ਪਾਰੇ ਵਾਂਗੂ ਉਸਦਾ ਮਨ ਅਸ਼ਾਂਤ ਜਾਂ ਵਿਆਕੁਲ ਸੀ। ਜਿਉਣਾ ਰੋਟੀ ਖਾਣ ਲੱਗਾ। ਪੈਰਾਂ ਭਾਰ ਬੈਠਾ ਉਹ ਏਕਣ ਰੋਟੀ ਖਾਂਦਾ ਸੀ, ਜਿਵੇਂ ਹੁਣ ਉਹ ਇੱਥੇ ਨਹੀਂ, ਹੋਰ ਹੀ ਦੁਨੀਆ ਵਿੱਚ ਸੀ। ਬਟਰ ਤੱਕਦਾ ਉਹ ਆਪਣੇ ਮੂੰਹ ਵਿੱਚ ਅਲ ਪਟਲ ਬੁਰਕੀਆਂ ਪਾ ਰਿਹਾ ਸੀ। ਉਸਦੀਆਂ ਅੱਖਾਂ ਆਂਡਿਆਂ ਵਾਂਗੂ ਗਲੀ ਵੱਲ ਲਿਸ਼ਕ ਰਹੀਆਂ ਸਨ। ਜਿਉਣੇ ਅੰਦਰ ਸੱਚ ਤੇ ਝੂਠ ਘੋਰ ਯੁੱਧ ਕਰ ਰਹੇ ਸਨ। ਸੱਚ ਉਸਨੂੰ ਆਪਣੇ ਵੱਲ ਤੇ ਝੂਠ ਆਪਣੇ ਵੱਲ ਖਿੱਚਦਾ। ਜਿਉਣਾ ਦੁਬਿਧਾ ਵਿੱਚ ਸੀ, ਸਗੋਂ ਉਸਨੇ ਸੱਚ ਤੋਂ ਆਪਣਾ ਮੂੰਹ ਪੁਆਇਆ ਹੋਇਆ ਸੀ। ਸੱਚ ਬੇਸ਼ੱਕ ਚੰਗਾ ਤੇ ਉੜਕ ਜਿੱਤਣ ਵਾਲਾ ਸੀ, ਪਰ ਉਸਨੂੰ ਝੂਠ ਚੰਗਾ ਤੇ ਲਾਹੇਵੰਦਾ ਦਿਸਦਾ ਸੀ। ਕਿੰਨੇ ਲੋਕੀ ਝੂਠ ਬੋਲ ਕੇ ਸਾਫ਼ ਬਰੀ ਹੋ ਜਾਂਦੇ ਹਨ। ਸੱਚੇ ਮਾਰੇ ਜਾਂਦੇ ਤੇ ਝੂਠੇ ਛੱਡੇ ਜਾਂਦੇ ਹਨ। ਉਸਨੂੰ ਸਾਫ਼ ਪਤਾ ਸੀ ਕਿ ਉਸਨੇ ਕਤਲ ਕੀਤਾ ਹੈ। ਉਸਦਾ ਦਿਲ ਕਹਿੰਦਾ ਸੀ ਉਸਨੇ ਕਤਲ ਕੀਤਾ ਹੈ, ਪਰ ਉਹ ਇਸ ਸੱਚਾਈ ਕੋਲੋਂ ਨੱਸਣਾ ਚਾਹੁੰਦਾ ਤੇ ਝੂਠਾ ਹੁੰਦਾ ਹੋਇਆ ਵੀ ਉਹ ਸੱਚਾ ਹੋਣਾ ਚਾਹੁੰਦਾ ਸੀ। ਉਸਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਦਾ ਸੀ। ਸੱਚ ਉਸ ਵੱਲ ਮੂੰਹ ਅੱਡ ਕੇ ਚੱਫਣ ਨੂੰ ਆ ਰਿਹਾ ਸੀ। ਝੂਠ ਸ਼ਰਨ ਦਿੰਦਾ ਸੀ। ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ, ਪਰ ਦੁਖਾਂਤ ਇਹ ਸੀ ਕਿ ਜਿਉਣਾ ਚੰਗਾ ਬੰਦਾ ਸੀ। ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਕਰ ਸਕਦਾ ਸੀ। ਸੂਲੀ ਉੱਤੇ ਟੰਗਿਆ ਵੀ ਉਹ ਇੰਨਾ ਦੁੱਖ ਮਹਿਸੂਸ ਨਾ ਕਰਦਾ ਜਿੰਨਾ ਉਸਨੂੰ ਹੁਣ ਸੀ। ਉਸਦਾ ਦਿਲ ਫੋੜੇ ਵਾਂਗੂ ਟਸ ਕਰ ਰਿਹਾ ਸੀ। ਆਖਰ ਫੋੜਾ ਫੁੱਟਿਆ ਤੇ ਉਸਨੂੰ ਕੁਝ ਆਰਾਮ ਆਇਆ। ਟੀਸੀ ਉੱਤੇ ਪਹੁੰਚ ਕੇ ਜਦ ਪੀੜਾਂ ਸਿਖਰ ਛੋਹਣ ਲੱਗੀਆਂ, ਜਿਉਣੇ ਦਾ ਮੂੰਹ ਭੰਵਿਆ ਤੇ ਸੱਚ ਦੇ ਪਾਸੇ ਹੋ ਗਿਆ। ਜਿਉਣਾ ਬੁੜ ਬਣਾਉਣ ਲੱਗਿਆ, ਮੈਂ ਮਾਰਿਆ, ਮੁੱਕਰਦਾ ਨਹੀਂ, ਮੈਂ ਮਾਰਿਆ। ਵਾਰ-ਵਾਰ ਉਹ ਆਪ ਮੁਹਾਰਾ ਇਹੋ ਆਖਦਾ ਜਾਂਦਾ ਸੀ। ਉਸਦੇ ਦਿਲ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਸੀ।
ਆਖਰ ਪੁਲਿਸ ਆਈ ਤੇ ਉਸਨੂੰ ਫੜ ਕੇ ਲੈ ਗਈ। ਹੱਥਕੜੀਆਂ ਵਿੱਚ ਵੱਜਾ ਜਦ ਪੁਲਿਸ ਅੱਗੇ ਤੁਰਦਾ ਜਿਉਣਾ ਥਾਣੇ ਵੱਲ ਜਾ ਰਿਹਾ ਸੀ, ਤਦ ਵੀ ਇਹ ਕਹਿ ਰਿਹਾ ਸੀ, ਮੈਂ ਮਾਰਿਆ, ਮੁੱਕਰਦਾ ਨਹੀਂ, ਮੈਂ ਮਾਰਿਆ। ਉਸਦੀਆਂ ਅੱਖਾਂ ਹੌਲੀ ਹੌਲੀ ਚਮਕਦਾਰ ਹੋ